ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਹੁਤ ਪ੍ਰਕਾਰ ਦੀ ਬਾਲ ਲੀਲਾ ਕਰਕੇ ਵਿਹੜੇ ਵਿੱਚ ਗੋਡਿਆਂ ਭਰ ਫਿਰਦੇ ਹਨ। ਪਵਿੱਤਰ ਚਰਨ ਕਮਲਾਂ ਨੂੰ ਖਿੱਚ ਕੇ ਵੱਡੀਆਂ ਛੱਬ ਵਾਲੀਆਂ ਝਾਂਜਰਾਂ ਛਣਕਾਉਂਦੇ ਹਨ। ਸਾਰੀ ਸੰਗਤ ਦੁੱਖ ਦੂਰ ਕਰਨ ਵਾਲੇ ਸੁੰਦਰ ਸਰੂਪ ਨੂੰ ਦੋਵੇਂ ਹੱਥ ਜੋੜ ਕੇ ਬੰਦਨਾ ਕਰਦੀ ਹੈ। ਅਤਿਅੰਤ ਸੁਸ਼ੀਲ ਗੁਰਦੇਵ ਸੇਵਕਾਂ ਨੂੰ ਚਾਰ ਪਦਾਰਥ ਦਿੰਦੇ ਹਨ, ਜਿਨ੍ਹਾਂ ਨੇ ਜੱਗ ਵਿੱਚ ਭੂਮੀ ਦਾ ਭਾਰ ਉਤਾਰਨ ਵਾਸਤੇ ਮਨੁੱਖੀ ਰੂਪ ਧਾਰਨ ਕੀਤਾ ਹੈ। ਸ਼ਸਤਰ ਧਾਰਨ ਕਰਕੇ ਮਹਾਨ ਬਲ ਨਾਲ ਤੁਰਕਾਂ ਦੇ ਤੇਜ ਨੂੰ ਦੂਰ ਕਰਨ ਵਾਸਤੇ ਅਤੇ ਸੇਵਕਾਂ ਸੰਤਾਂ ਨੂੰ ਸੁੱਖ ਦੇਣ ਵਾਸਤੇ ਅਤੇ ਹਿਰਦੇ ਵਿੱਚ ਗਿਆਨ ਦੀ ਸਿੱਖਿਆ ਦੇਣ ਵਾਸਤੇ ਆਏ ਹਨ। ਕੂੜ ਕਰਕੇ ਤੁਰਕਾਂ ਦੀਆਂ ਜੜ੍ਹਾਂ ਉਖਾੜਨ ਵਾਸਤੇ ਜਿਹੜੇ ਆਏ ਹਨ, ਉਹ ਹੁਣ ਬਾਲ ਉਮਰ ਵਿੱਚ ਕ੍ਰੀੜਾ ਕਰਦੇ ਹਨ। ਇਸ ਪ੍ਰਕਾਰ ਸ਼੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ 2 ਸਾਲਾਂ ਦੇ ਹੋ ਗਏ। ਵਡਾਲੀ ਨਗਰ ਵਿੱਚ ਖੇਡ ਕਰਦਿਆਂ ਵੇਖ ਕੇ ਸਾਰੇ ਪ੍ਰਸੰਨ ਹੁੰਦੇ ਹਨ। ਇੱਕ ਦਿਨ ਇੱਕ ਸੱਪ ਪਾਲਣ ਵਾਲਾ ਸਪੇਰਾ ਪ੍ਰਿਥੀਏ ਦਾ ਪ੍ਰੇਰਿਤ ਕੀਤਾ ਹੋਇਆ ਉੱਥੇ ਆਇਆ। ਸਭ ਤੋਂ ਛੁਪ ਕੇ ਉਸਨੇ ਇੱਕ ਭਿਆਨਕ ਫਨੀਅਰ ਨਾਗ ਛੱਡਿਆ, ਜਿਹੜਾ ਗੁਰੂ ਘਰ ਅੰਦਰ ਦਾਖਲ ਹੋ ਗਿਆ। ਆਨੰਦ ਦੇਣ ਵਾਲੇ ਸੁੰਦਰ ਸਰੂਪ ਵਾਲੇ ਸ਼੍ਰੀ ਹਰਗੋਬਿੰਦ ਜੀ ਮਾਤਾ ਜੀ ਦੀ ਗੋਦੀ ਵਿੱਚ ਨਹੀਂ ਟਿਕਦੇ ਸਨ। ਉਹ ਚਿੱਤ ਵਿੱਚ ਉਸ ਨਾਗ ਦਾ ਉਧਾਰ ਕਰਨਾ ਚਾਹੁੰਦੇ ਹਨ। ਖੇਡ ਦੇ ਬਹਾਨੇ ਸੱਪ ਨਾਲ ਖੇਡਦੇ ਹਨ। ਕਾਲੇ ਰੰਗ ਦਾ ਸੱਪ ਕੋਈ ਖੁੱਡ ਲੱਭਦਾ ਫਿਰਦਾ ਸੀ। ਉਸ ਨੂੰ ਕੋਈ ਖੁੱਡ ਲੱਭ ਨਹੀਂ ਸੀ ਰਹੀ ਜਿਸ ਵਿੱਚ ਉਹ ਜਾ ਕੇ ਛਿਪਦਾ। ਮਾਤਾ ਜੀ ਦਾ ਧਿਆਨ ਕਿਤੇ ਹੋਰ 'ਤੇ ਲੱਗਾ ਸੀ। ਉਹ ਸੇਵਕ ਨੂੰ ਕੰਮ ਕਾਜ ਸਮਝਾ ਰਹੇ ਸਨ। ਸ਼੍ਰੀ ਹਰਗੋਬਿੰਦ ਜੀ ਨੇ ਦੌੜ ਕੇ ਤੁਰੰਤ ਸੱਪ ਨੂੰ ਫੜ ਲਿਆ। ਬੇਬਸ ਹੋਇਆ ਸੱਪ ਡੰਗ ਮਾਰਨ ਵਾਸਤੇ ਤੇ ਭੱਜਣ ਵਾਸਤੇ ਫੁੰਕਾਰੇ ਮਾਰਨ ਲੱਗਾ। ਬੜਾ ਜ਼ੋਰ ਲਾਇਆ, ਪਰ ਬਾਲਕ ਪ੍ਰੀਤਮ ਨੇ ਉਸ ਨੂੰ ਛੱਡਿਆ ਨਹੀਂ। ਉਹਨਾਂ ਨੇ ਸਿਰ ਦਬਾ ਕੇ ਫੇਰ ਦਿੱਤਾ। ਵੱਡੇ ਵਲ ਖਾ ਕੇ ਉਲਟ ਗਿਆ। ਫਿਰ ਪਿੱਛੋਂ ਫੜ ਕੇ ਪਟਕਾ ਕੇ ਮਾਰਿਆ ਤਾਂ ਮਾਤਾ ਜੀ ਦੀ ਨਜ਼ਰ ਉਸ ਪਾਸੇ ਗਈ। ਪਾਸ ਜਾ ਕੇ ਭੈਭੀਤ ਹੋ ਗਏ ਤੇ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਉਸ ਥਾਂ ਤੋਂ ਦੂਰ ਭਜਾ ਦਿੱਤਾ। ਫਣ ਫੈਲਾ ਕੇ ਦੂਰ ਲੰਮਾ ਪੈ ਗਿਆ, ਜਿਹੜਾ ਸਿੱਧਾ ਹੋ ਕੇ ਬੜਾ ਭਿਆਨਕ ਲੱਗਦਾ ਸੀ। ਮਾਤਾ ਜੀ ਨੇ ਜਾ ਕੇ ਸਪੁੱਤਰ ਨੂੰ ਚੁੱਕ ਲਿਆ ਤੇ ਸਾਰੇ ਸਰੀਰ ਨੂੰ ਵੇਖ ਕੇ ਬੜੇ ਹੈਰਾਨ ਹੋਏ। ਕਿਤੇ ਡੰਗ ਨਾ ਮਾਰਿਆ ਹੋਵੇ, ਸੱਪ ਮਰਿਆ ਹੋਇਆ ਪਿਆ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਪੁੱਤਰ ਨੂੰ ਬਚਾਇਆ। ਦਿਲ ਵਿੱਚ ਬਹੁਤ ਸਹਿਮ ਗਏ। ਸਾਰੇ ਰੌਲਾ ਪੈ ਗਿਆ। ਫਿਰ ਸਾਰੇ ਸੇਵਕ ਦੌੜ ਕੇ ਆਏ। ਫਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਭੱਜ ਕੇ ਗਏ ਅਤੇ ਕਿਹਾ, ਇੱਕ ਵੱਡਾ ਸ਼ਕਤੀਸ਼ਾਲੀ ਫਨ ਵਾਲਾ ਸੱਪ ਨਿਕਲਿਆ ਹੈ। ਸ਼੍ਰੀ ਹਰਗੋਬਿੰਦ ਜੀ ਨੇ ਹੱਥ ਨਾਲ ਫੜਿਆ ਹੈ। ਹੁਣ ਮਰਿਆ ਹੋਇਆ ਪਿਆ ਹੈ। ਉਸ ਵੱਲ ਵੇਖਿਆ ਨਹੀਂ ਜਾਂਦਾ। ਉਸਨੇ ਬਾਲਕ ਨੂੰ ਡੰਗ ਨਹੀਂ ਮਾਰਿਆ। ਬੜਾ ਭਾਰੀ ਆਨੰਦ ਹੋਇਆ ਹੈ। ਪਰਮੇਸ਼ਰ ਨੇ ਆਪ ਉਹਨਾਂ ਦੀ ਰਾਖੀ ਕੀਤੀ ਹੈ। ਵੇਖਣ ਵਾਸਤੇ ਘਰ ਨੂੰ ਆ ਗਏ। ਉਹਨਾਂ ਦੇ ਨਾਲ ਕੁਝ ਸਿੱਖ ਸੇਵਕ ਅਤੇ ਨਰ ਨਾਰੀਆਂ ਵੀ ਆਏ, ਜਿਹੜੇ ਦੇਖ ਕੇ ਬਹੁਤ ਹੈਰਾਨ ਹੋਏ। ਸ਼੍ਰੀ ਗੁਰੂ ਅਰਜਨ ਦੇਵ ਜੀ ਜਦ ਉਸ ਥਾਂ ਗਏ ਜਿੱਥੇ ਮਰਿਆ ਹੋਇਆ ਸੱਪ ਪਿਆ ਸੀ, ਤਾਂ ਉਸ ਸੱਪ ਨੇ ਇੱਕ ਮਨੁੱਖ ਦੀ ਸੁੰਦਰ ਦੇਹ ਧਾਰਨ ਕਰਕੇ ਵਿਖਾਈ। ਉਸ ਮਨੁੱਖ ਨੂੰ ਪੁੱਛਿਆ, ਦੱਸੋ ਤੁਸੀਂ ਕੌਣ ਹੋ? ਤੂੰ ਕਿਸ ਤਰ੍ਹਾਂ ਸੱਪ ਦੀ ਦੇਹ ਧਾਰਨ ਕੀਤੀ ਹੈ? ਕਿਉਂ ਮਰ ਗਿਆ ਹੈ? ਇਸ ਤਰ੍ਹਾਂ ਦੀ ਦੇਹ ਕਿਵੇਂ ਪ੍ਰਾਪਤ ਕੀਤੀ ਹੈ? ਇੱਥੇ ਕਿਸ ਕਾਰਨ ਚੱਲ ਕੇ ਆਇਆ ਹੈ? ਉਸ ਮਨੁੱਖ ਨੇ ਹੱਥ ਜੋੜ ਕੇ ਸਾਰਾ ਪ੍ਰਸੰਗ ਸੁਣਾਇਆ। ਪਿਛਲੇ ਜਨਮ ਵਿੱਚ ਮੈਂ ਮੁਨੀ ਸੀ ਤੇ ਬਹੁਤ ਤਪ ਕੀਤਾ। ਮੈਨੂੰ ਬਹੁਤ ਹੰਕਾਰ ਹੋ ਗਿਆ ਕਿ ਮੇਰੇ ਵਰਗਾ ਕਿਸੇ ਨੇ ਵੇਦਾਂ ਦਾ ਗਾਇਨ ਨਹੀਂ ਕੀਤਾ ਹੈ। ਇੱਕ ਸਮੇਂ ਫਿਰਦਾ ਫਿਰਦਾ ਨਾਰਦ ਰਿਖੀ ਮੇਰੇ ਪਾਸ ਆ ਗਿਆ। ਉਸਨੇ ਬਹੁਤ ਗਿਆਨ ਦੇ ਪ੍ਰਸੰਗ ਸੁਣਾਏ ਕਿ ਨਾਮ ਲੈ ਕੇ ਭਗਤੀ ਕਰਨ ਨਾਲ ਸੰਸਾਰ ਤੋਂ ਤਰ ਜਾਈਦਾ ਹੈ। ਮੈਂ ਬਹੁਤ ਸਵਾਲ ਕੀਤੇ। ਮੈਂ ਦਿਲ ਵਿੱਚ ਬੜਾ ਘਮੰਡ ਕੀਤਾ ਤੇ ਨਾਰਦ ਮੁਨੀ ਦੀ ਗੱਲ ਨੂੰ ਨਾ ਮੰਨਿਆ। ਮੈਂ ਉਹਨਾਂ ਨੂੰ ਆਪਣੇ ਬਰਾਬਰ ਸਮਝ ਕੇ ਦੁਰਵਚਨ ਬੋਲੇ, ਜਿਸ ਕਰਕੇ
ਨਾਰਦ ਮੁਨੀ ਗੁੱਸੇ ਵਿੱਚ ਆ ਗਏ। ਮੈਨੂੰ ਕਿਹਾ, ਮੂਰਖ, ਤਪ ਕਰਕੇ ਕਿਉਂ ਸਰੀਰ ਨੂੰ ਤਪਾਉਂਦਾ ਹੈ? ਤੂੰ ਵੇਦਾਂ ਦੇ ਰਹੱਸ ਨੂੰ ਨਹੀਂ ਜਾਣਿਆ ਹੈ, ਇਸ ਕਰਕੇ ਮੇਰਾ ਅਨਾਦਰ ਕਰਨ ਦਾ ਫਲ ਪਾਓ। ਤੇ ਉਸ ਸਮੇਂ ਮੈਨੂੰ ਇਸ ਪ੍ਰਕਾਰ ਸ਼ਰਾਪ ਦਿੱਤਾ ਕਿ ਤੂੰ ਬਹੁਤ ਕਪਟ ਕੀਤਾ ਹੈ ਤੇ ਮੇਰੇ ਬਚਨਾਂ ਨੂੰ ਮੰਨਿਆ ਨਹੀਂ ਹੈ। ਇਸ ਕਰਕੇ ਸੱਪ ਦਾ ਸਰੀਰ ਧਾਰਨ ਕਰਕੇ ਸਾਰੀ ਕੁਟਲਤਾ ਨੂੰ ਦੂਰ ਕਰੋ। ਵੇਦ ਪੜ੍ਹ ਕੇ ਤਪ ਕਰਕੇ ਸਰੀਰ ਨੂੰ ਤਪਾਇਆ ਹੈ, ਇਸ ਦੇ ਫਲ ਵਜੋਂ ਮੇਰੇ ਸ਼ਰਾਪ ਨੂੰ ਪਾਓ। ਸੰਕਟ ਵਿੱਚ ਵਸ ਕੇ ਜੀਵਨ ਵੇਖੋ। ਜਦ ਪ੍ਰਭੂ ਜੀ ਅਵਤਾਰ ਧਾਰ ਕੇ ਆਉਣਗੇ ਤਾਂ ਮੇਰਾ ਸ਼ਰਾਪ ਖਤਮ ਹੋ ਜਾਏਗਾ। ਉਹਨਾਂ ਦੇ ਹੱਥ ਤੇਰੇ ਸਰੀਰ ਨੂੰ ਲੱਗਣ ਨਾਲ ਤੂੰ ਉਸੇ ਵੇਲੇ ਸਵਰਗਾਂ ਵਿੱਚ ਚਲਾ ਜਾਵੇਂਗਾ। ਉਸ ਸਮੇਂ ਤੱਕ ਸੱਪ ਦੀ ਦੁਖਦਾਇਕ ਜੂਨ ਧਾਰ ਕੇ ਧਰਤੀ 'ਤੇ ਫਿਰੋ। ਸ਼੍ਰੀ ਗੁਰੂ ਜੀ ਨੂੰ ਮਿਲਣ ਦਾ ਹੁਣ ਸਮਾਂ ਆਇਆ ਹੈ। ਸਪੇਰੇ ਨੇ ਮੈਨੂੰ ਫੜ ਕੇ ਲਿਆ ਕੇ ਇੱਥੇ ਛੱਡਿਆ ਹੈ। ਉਸ ਨੂੰ ਤੁਹਾਡੇ ਸ਼ਰੀਕ ਪ੍ਰਿਥੀ ਨੇ ਪ੍ਰੇਰਿਆ ਹੈ। ਉਸ ਨੂੰ ਧਨ ਦੌਲਤ ਦਾ ਲੋਭ ਵਿਖਾਇਆ ਹੈ। ਮੈਂ ਹੁਣ ਸਵਰਗ ਵਿੱਚ ਜਾਵਾਂਗਾ। ਤੁਸੀਂ ਪੂਰਨ ਗੁਰੂ ਜੀ ਹੋ, ਮੈਂ ਤੁਹਾਨੂੰ ਬੰਦਨਾ ਕਰਦਾ ਹਾਂ। ਸਾਰੇ ਨਰ ਨਾਰੀਆਂ ਜਿਹੜੇ ਉੱਥੇ ਖੜੇ ਸਨ ਇਹ ਪ੍ਰਸੰਗ ਸੁਣ ਕੇ ਬਹੁਤ ਹੈਰਾਨ ਹੋਏ। ਗੁਰੂ ਜੀ ਨੇ ਮਰੇ ਹੋਏ ਸੱਪ ਨੂੰ ਚੁਕਵਾ ਕੇ ਬਾਹਰ ਦਬਵਾ ਦਿੱਤਾ। ਫਿਰ ਬਹੁਤ ਉਤਸ਼ਾਹ ਕੀਤਾ ਤੇ ਗਰੀਬਾਂ ਨੂੰ ਬਹੁਤ ਧਨ ਦਿੱਤਾ। ਬਹੁਤ ਕੜਾਹ ਪ੍ਰਸ਼ਾਦ ਕਰਾਇਆ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਦਿ ਗੁਰੂ ਸਾਹਿਬਾਨਾਂ ਦੇ ਚਰਨਾਂ ਦੀ ਮੰਨਤਾ ਕੀਤੀ। ਲੋਕਾਂ ਨੇ ਜਾ ਕੇ ਪ੍ਰਿਥੀਆ ਨੂੰ ਖਬਰ ਦਿੱਤੀ। ਪ੍ਰਿਥੀਆ ਸੁਣ ਕੇ ਬਹੁਤ ਗੁੱਸੇ ਵਿੱਚ ਆਇਆ। ਕਹਿਣ ਲੱਗਾ, ਮੂਰਖ ਲੋਕ ਜਿਹੜੀਆਂ ਗੱਲਾਂ ਸੁਣਾਉਂਦੇ ਹਨ ਉਹ ਸਾਰੀ ਝੂਠੀ ਕਹਾਣੀ ਬਣਾਈ ਹੈ। ਮੇਰੇ ਹਿਰਦੇ ਵਿੱਚ ਤੇ ਪ੍ਰਤੀਤ ਨਹੀਂ ਆਉਂਦੀ। ਜਿਸ ਤਰ੍ਹਾਂ ਮਦਾਰੀ ਹੱਥ ਮਲ ਕੇ ਵਸਤੂ ਬਣਾ ਲੈਂਦਾ ਹੈ, ਉਸ ਤਰ੍ਹਾਂ ਹੀ ਇਹਨਾਂ ਲੋਕਾਂ ਨੇ ਕਹਾਣੀ ਬਣਾ ਲਈ ਹੈ। ਆਪਣੇ ਪੁੱਤਰ ਦੀ ਜੱਗ ਵਿੱਚ ਉੱਤਮਤਾ ਵਿਸਥਾਰ ਕੇ ਖੁਸ਼ ਹੁੰਦੇ ਹਨ। ਉਹਨਾਂ ਦੇ ਮਨ ਵਿੱਚ ਬੜਾ ਲੋਭ ਵਧਿਆ ਹੈ, ਇਸ ਲਈ ਪੂਜਾ ਕਰਵਾਉਣ ਵਾਸਤੇ ਇਹ ਗੱਲ ਬਣਾਈ ਹੈ। ਲੋਕ ਆ ਕੇ ਉਪਹਾਰ ਭੇਟ ਕਰਨ, ਇਸ ਕਰਕੇ ਆਪਣੀ ਸ੍ਰੇਸ਼ਟ ਕੀਰਤੀ ਲੋਕਾਂ ਨੂੰ ਸੁਣਾਉਂਦੇ ਹਨ। ਜਿਵੇਂ ਕਿਵੇਂ ਧਨ ਆਵੇ, ਇਸ ਕਰਕੇ ਛਲ ਕਰਕੇ ਆਪਣੇ ਚਰਨਾਂ ਦੀ ਪੂਜਾ ਕਰਵਾਉਂਦੇ ਹਨ। ਜਦ ਪ੍ਰਿਥੀ ਦੀ ਸੰਗਤ ਇਕੱਠੀ ਹੁੰਦੀ ਸੀ ਤਾਂ ਉਹ ਸਭ ਦੇ ਵਿੱਚ ਇਸ ਤਰ੍ਹਾਂ ਸੁਣਾਉਂਦਾ ਸੀ। ਇਹ ਛਲ ਕਰਕੇ ਲੋਕਾਂ ਨੂੰ ਭਰਮਾ ਕੇ ਆਪਣੀ ਪੂਜਾ ਕਰਵਾਉਂਦੇ ਹਨ। ਆਪ ਗੁਰੂ ਬਣ ਕੇ ਬੈਠ ਜਾਂਦੇ ਹਨ। ਛਲ ਨਾਲ ਧਨ ਇਕੱਠਾ ਕਰਕੇ ਬੜਾ ਪਖੰਡ ਕਰਦੇ ਹਨ। ਜਿਹੜੇ ਮੇਰੇ ਸਿੱਖ ਹਨ ਉਹ ਉਹਨਾਂ ਦੇ ਦਰਸ਼ਨ ਨਾ ਕਰਨ। ਇਸ ਤਰ੍ਹਾਂ ਨਿੰਦਿਆ ਕਰਕੇ ਸਭਾ ਵਿੱਚ ਵਸਦਾ ਸੀ। ਆਪ ਸੰਗਤ ਵਿੱਚ ਸੱਚਾ ਬਣਦਾ ਹੈ, ਸਦਾ ਪਾਪ ਕਮਾਉਂਦਾ ਸੀ ਤੇ ਝੂਠ ਬੋਲਦਾ ਸੀ। ਪੂਰਨ ਗੁਰੂ ਜੀ ਦੀ ਨਿੰਦਿਆ ਕਰਦਾ ਸੀ, ਜਿਨ੍ਹਾਂ ਨੇ ਹਿਰਦੇ ਵਿੱਚ ਖਿਮਾ ਧਾਰਨ ਕੀਤੀ ਹੋਈ ਹੈ ਤੇ ਜਿਹੜੇ ਮਹਾਨ ਧੀਰਜਵਾਨ ਹਨ, ਜਿਨ੍ਹਾਂ ਵਾਸਤੇ ਨੁਕਸਾਨ ਤੇ ਲਾਭ ਬਰਾਬਰ ਹਨ, ਜਿਹੜੇ ਨਾ ਕਦੀ ਦੁਖੀ ਹੁੰਦੇ ਹਨ ਅਤੇ ਨਾ ਪ੍ਰਸੰਨ ਹੁੰਦੇ ਹਨ। ਜਦ ਗੁਰੂ ਜੀ ਆਪਣੇ ਬੈਠਣ ਵਾਲੇ ਸਥਾਨ 'ਤੇ ਚਲੇ ਗਏ ਤਾਂ ਮਾਤਾ ਗੰਗਾ ਜੀ ਸ਼੍ਰੀ ਹਰਗੋਬਿੰਦ ਜੀ ਨੂੰ ਵੇਖ ਵੇਖ ਕੇ ਬਲਿਹਾਰ ਜਾਂਦੇ ਹਨ। ਜਲ ਨਾਲ ਸਾਰੇ ਸਰੀਰ ਨੂੰ ਇਸ਼ਨਾਨ ਕਰਵਾਇਆ ਤੇ ਜਿਹੜੀ ਦਾਸੀ ਪਾਸ ਬੈਠੀ ਸੀ ਉਸ ਨੂੰ ਕਿਹਾ, ਵੇਖੋ ਮੇਰਾ ਸਪੁੱਤਰ ਕਿਵੇਂ ਵੱਡੇ ਸੰਕਟ ਵਿੱਚੋਂ ਬਚਿਆ ਹੈ। ਇਸ ਨੇ ਕਿੰਨਾ ਵੱਡਾ ਸੱਪ ਫੜ ਲਿਆ ਸੀ। ਮੈਂ ਦਿਨ ਰਾਤ ਇਸ ਨੂੰ ਆਪਣੇ ਪਾਸ ਰੱਖਾਂਗੀ ਅਤੇ ਆਪਣੀਆਂ ਅੱਖਾਂ ਨਾਲ ਵੇਖਦੀ ਰਹਾਂਗੀ। ਇਸ ਤਰ੍ਹਾਂ ਕਹਿ ਕੇ ਹੱਥ ਵਿੱਚ ਰੁਮਾਲ ਫੜਿਆ ਤੇ ਆਪਣੇ ਪੁੱਤਰ ਦੇ ਚੰਦ ਵਰਗੇ ਮੁਖੜੇ ਨੂੰ ਪੂੰਝਿਆ। ਸਾਰੇ ਸਰੀਰ ਨੂੰ ਚੰਗੀ ਤਰ੍ਹਾਂ ਸੁਧਾਰ ਕੇ ਨਵੇਂ ਅਤੇ ਸੋਹਣੇ ਕੱਪੜੇ ਕੱਢ ਕੇ ਲਿਆਏ ਅਤੇ ਆਪਣੇ ਪੁੱਤਰ ਨੂੰ ਪਹਿਨਾ ਕੇ ਮੁਕਤੀ ਦਾਤੇ ਦੇ ਸੁੰਦਰ ਰੂਪ ਨੂੰ ਵੇਖ ਕੇ ਆਨੰਦਿਤ ਹੋ ਗਏ। ਫਿਰ ਬਹੁਤ ਧਨ ਪੁੱਤਰ ਉੱਤੋਂ ਦੀ ਵਾਰ ਕੇ ਗਰੀਬਾਂ ਨੂੰ ਦਿੱਤਾ ਤੇ ਅੰਮ੍ਰਿਤ ਤੋਂ ਵੀ ਮਿੱਠੀਆਂ ਉਹਨਾਂ ਤੋਂ ਅਸੀਸਾਂ ਲਈਆਂ। ਦਰਵਾਜ਼ੇ 'ਤੇ ਵਾਜੇ ਵਜਵਾਏ। ਲੋਕ ਸ਼ਰੀਕ ਪ੍ਰਿਥੀਆਂ ਨੂੰ ਗਾਲਾਂ ਕੱਢਦੇ ਸਨ। ਬੜਾ ਉਤਸ਼ਾਹ ਹੋ ਰਿਹਾ ਸੀ ਤੇ ਪ੍ਰਭੂ ਦੇ ਗੁਣਾਂ ਦੇ ਗੀਤ ਗਾ ਰਹੇ ਸਨ। ਆਪਣੇ ਸਪੁੱਤਰ ਦਾ ਭੇਦ ਨਹੀਂ ਸੀ ਜਾਣਦੇ, ਜਿਨ੍ਹਾਂ ਨੇ ਕਾਲੇ ਫਨੀਅਰ ਸੱਪ ਨੂੰ ਮਾਰ ਦਿੱਤਾ ਸੀ। ਮੁਨੀਆਂ ਨੇ ਇਹ ਵਾਰਤਾ ਕਹੀ ਹੈ ਕਿ ਸ਼੍ਰੀ ਕ੍ਰਿਸ਼ਨ ਜੀ ਨੇ ਬਕਾਸੁਰ, ਕੰਸ ਅਤੇ ਹੋਰ ਦੈਂਤਾਂ ਨੂੰ ਮਾਰਿਆ ਸੀ। ਆਪਣੇ ਬਲ ਨਾਲ ਪਹਿਲਵਾਨ ਚੰਡੂਰ ਨੂੰ ਮਾਰਿਆ ਤੇ ਮਗ ਦੇਸ਼ ਦੇ ਰਾਜੇ ਜਰਾ ਸਿੰਧ ਦੇ ਤੇਜ ਨੂੰ ਦੂਰ ਕੀਤਾ। ਰਾਜਿਆਂ ਦੇ ਸੁਅੰਬਰ ਵਿੱਚ ਜਾ ਕੇ ਸਾਰੇ ਬਲਦਾਂ ਨੂੰ ਇੱਕੇ ਵਾਰ ਹੀ ਨੱਥ ਦਿੱਤਾ।
ਕਵੀ ਜੀ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ੍ਰੀ ਕ੍ਰਿਸ਼ਨ ਜੀ ਨਾਲ ਤੁਲਨਾ ਕਰਦੇ ਹਨ ਕਿ ਗੁਰੂ ਜੀ ਸ੍ਰੀ ਕ੍ਰਿਸ਼ਨ ਜੀ ਵਰਗੇ ਵੱਡੇ ਅਵਤਾਰ ਹਨ, ਪਰ ਗੁਰੂ ਸਾਹਿਬਾਨ ਗੁਰੂ ਪਦ ਦੇ ਅਵਤਾਰ ਹਨ। ਉਹ ਆਪਣਾ ਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਮੰਨਦੇ ਹਨ। ਇਸ ਕਰਕੇ ਅਵਤਾਰਾਂ ਤੋਂ ਗੁਰੂ ਅਵਤਾਰ ਉੱਚਾ ਹੈ। ਸ੍ਰੀ ਹਰਗੋਬਿੰਦ ਪੁੱਤਰ ਦੀ ਮਹਿਮਾ ਮਾਤਾ ਜੀ ਚਿੱਤ ਵਿੱਚ ਜਾਣਦੇ ਹਨ। ਪੂਰਨ ਗੁਰੂ ਜੀ ਦੇ ਸਪੁੱਤਰ ਅਵਤਾਰ ਪੈਦਾ ਹੋਏ ਹਨ, ਇਹ ਉਹ ਮੰਨਦੇ ਹਨ। ਸਾਰੇ ਵਿਘਨਾਂ ਨੂੰ ਦੂਰ ਕਰਦੇ ਹਨ ਅਤੇ ਬੜੇ ਸ਼ਕਤੀਸ਼ਾਲੀ ਹਨ, ਇਹ ਉਹ ਪਛਾਣਦੇ ਹਨ। ਭਿਆਨਕ ਸੱਪ ਨੂੰ ਮਾਰ ਦਿੱਤਾ ਅਤੇ ਮਾਰਨ ਵਾਸਤੇ ਮਹਾਬਲ ਧਾਰਨ ਕੀਤਾ। ਮਾਤਾ ਜੀ ਜਦ ਇਸ ਤਰ੍ਹਾਂ ਨਿਸ਼ਚਾ ਕਰਦੇ ਹਨ ਤਾਂ ਸ੍ਰੀ ਹਰਗੋਬਿੰਦ ਜੀ ਹਿਰਦੇ ਵਿੱਚ ਜਾਣ ਜਾਂਦੇ ਹਨ। ਤਦ ਉਹ ਅਨੇਕ ਪ੍ਰਕਾਰ ਦੀਆਂ ਬਾਲਕ ਰੀਤੀਆਂ ਅਨੁਸਾਰ ਮੋਹ ਪੈਦਾ ਕਰਦੇ ਹਨ। ਜਦ ਭੁੱਖੇ ਹੁੰਦੇ ਹਨ ਤਾਂ ਭੋਜਨ ਮੰਗਦੇ ਹਨ, ਕਦੇ ਭੱਜ ਕੇ ਧੂੜ ਲਾਉਂਦੇ ਹਨ, ਕਦੀ ਗੋਦੀ ਵਿੱਚੋਂ ਨਿਕਲ ਖੁਸ਼ੀ-ਖੁਸ਼ੀ ਚਾਰੇ ਪਾਸੇ ਫਿਰਦੇ ਹਨ ਅਤੇ ਕਦੇ ਜ਼ਿੱਦ ਕਰਕੇ ਰੋਂਦੇ ਹਨ। ਜਦ ਮਾਤਾ ਜੀ ਬਾਲਕਾਂ ਵਰਗੀ ਚੰਚਲਤਾ ਵੇਖਦੇ ਹਨ ਤਾਂ ਆਪਣਾ ਸਪੁੱਤਰ ਹੀ ਜਾਣਦੇ ਹਨ। ਸਦਾ ਪਾਲਦੇ, ਲਾਡ ਲਡਾਉਂਦੇ ਹਨ, ਮਨ ਨੂੰ ਪਿਆਰਾ ਜਾਣ ਕੇ ਸੇਵਾ ਕਰਦੇ ਹਨ। ਕਈ ਦਿਨ ਇਸ ਤਰ੍ਹਾਂ ਬੀਤ ਗਏ ਤਾਂ ਚਰਨਾਂ ਵਿੱਚ ਬਲ ਆ ਗਿਆ। ਜਿਨ੍ਹਾਂ ਵਿੱਚ ਸਾਰੇ ਚੰਗੇ ਗੁਣ ਹਨ ਅਤੇ ਜਿਨ੍ਹਾਂ ਨੇ ਸਤਨਾਮ ਜਪਾ ਕੇ ਆਪਣੇ ਸੇਵਕਾਂ ਨੂੰ ਉਤਾਰਿਆ ਹੈ, ਉਹ ਹੁਣ ਉੱਠ ਕੇ ਖੜੇ ਹੁੰਦੇ ਹਨ। ਵਡਾਲੀ ਪਿੰਡ ਦੇ ਬਾਲਕ ਜਿਹੜੇ ਬਹੁਤ ਭਾਗਾਂ ਵਾਲੇ ਹਨ, ਇਸ ਤਰ੍ਹਾਂ ਖੇਡਦੇ ਹਨ। ਸ੍ਰੀ ਹਰਗੋਬਿੰਦ ਜੀ ਨਾਲ ਮਿਲ ਕੇ ਸਵਾਦੀ ਭੋਜਨ ਪਾਉਂਦੇ ਹਨ, ਸਾਰਿਆਂ ਨੂੰ ਦਿੰਦੇ ਹਨ। ਉਹ ਸਾਥ ਨਹੀਂ ਛੱਡਦੇ ਹਨ, ਆਪਸ ਵਿੱਚ ਇੱਕ ਦੂਸਰੇ ਨੂੰ ਜ਼ੋਰ ਨਾਲ ਧਕੇਲਦੇ ਹਨ। ਆਪ ਵਿਖਾ ਕੇ ਕੁਸ਼ਤੀ ਕਰਦੇ ਹਨ ਤੇ ਹੱਥਾਂ ਨਾਲ ਧੱਕੇ ਦਿੰਦੇ ਹਨ। ਇਸ ਪ੍ਰਕਾਰ ਬਾਲ ਸ੍ਰੀ ਹਰਗੋਬਿੰਦ ਜੀ ਪ੍ਰਭੂ ਕ੍ਰੀੜਾ ਕਰਦੇ ਸਨ ਅਤੇ ਵਿਸ਼ਾਲ ਖੇਡਾਂ ਖੇਡਦੇ ਸਨ। ਬਹੁਤ ਬਾਲਕ ਇਕੱਠੇ ਹੋ ਕੇ ਖੇਡਦੇ ਸਨ ਤੇ ਰਾਤ ਵੇਲੇ ਆਪੋ ਆਪਣੇ ਘਰ ਚਲੇ ਜਾਂਦੇ ਸਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।